Guru Vai 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 Guru Guru ਵਾਹਿਗੁਰੂ ਗੁਰੂ ਜੀ ਦੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਜੋ ਆਪਾਂ ਨੂੰ ਗੁਰਬਾਣੀ ਗੁਰੂ ਵਿੱਚ ਗੁਰੂ ਸਾਹਿਬਾਨਾਂ ਨੇ, ਭਗਤਾਂ ਨੇ, ਸੰਤਾਂ ਸਾਧੂਆਂ ਨੇ, ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਨੇ ਉਪਦੇਸ਼ ਦਿੱਤੇ, ਆਪ ਨੂੰ ਸਮਝਾਉਂਦੇ ਵੀ ਜੋ ਸਾਡਾ ਸਾਰਿਆਂ ਦਾ ਮੂਲ, ਸਾਡਾ ਮਾਤਾ ਪਿਤਾ ਹੈ ਵਾਹਿਗੁਰੂ ਨਿਰੰਕਾਰ ਸਤਿਗੁਰੂ। ਔਰ ਸਤਿਗੁਰ ਦਾ ਜਿਹੜਾ ਕੀਤੇ ਹੋਏ ਦਰਸ਼ਨ ਉਹ ਪ੍ਰਵਾਨ ਨੇ, ਜੋ ਸਾਡੀ ਇੱਛਾ ਮੰਨਦੀ ਹੁੰਦੀ ਫਿਰ ਉਹ ਸਾਨੂੰ ਮਨ ਚਿੰਦਿਆ ਫਲ ਜਿਹੜਾ ਉਹਦੀ ਸਤਿਗੁਰਾਂ ਤੋਂ ਪ੍ਰਾਪਤੀ ਹੋ ਜਾਂਦੀ। ਮਾਰੇ ਫਰਮਾਉਂਦੇ ਸਤਿਗੁਰ ਕਾ ਦਰਸ਼ਨ ਸਫਲ ਹੈ, ਜੋ ਇੱਛੇ ਸੋ ਫਲ ਪਾਏ। ਸਤਿਗੁਰੂ ਦੇ ਦਰਸ਼ਨ ਕੀਤੇ ਹੋਏ ਉਹ ਸਫਲ ਨੇ, ਜੋ ਸਾਡੀ ਇੱਛਾ ਉਹ ਸਾਨੂੰ ਫਲ ਦੀ ਪ੍ਰਾਪਤੀ ਹੁੰਦੀ। ਸਤਿਗੁਰੂ ਨੂੰ ਜੇ ਅਸੀਂ ਹਿਰਦੇ 'ਚ ਵਸਾ ਲਾਂਗੇ, ਸੱਚ ਨੂੰ, ਪਰਮਾਤਮਾ ਨਿਰੰਕਾਰ ਵਾਹਿਗੁਰੂ ਨੂੰ ਜੇ ਅਸੀਂ ਆਪਣੇ ਮਨ 'ਚ ਵਸਾ ਲਾਂਗੇ, ਫਿਰ ਜੋ ਵੀ ਸਾਡੇ ਮਨ ਦੀ ਇੱਛਾ ਹੁੰਦੀ ਉਹ ਸਤਿਗੁਰੂ ਮਾਲਕ ਆਪ ਪੂਰੀ ਕਰਦੀ। ਮਾਰੇ ਫਰਮਾਉਂਦੇ ਸੱਚਾ ਸਾਹਿਬ ਮਨ ਵਸੇ, ਤਾਂ ਮਨ ਚਿੰਦਿਆ ਫਲ ਪਾਈ। ਨਾਨਕ ਤਿਨਖਾ ਆਖਿਆ ਆਪ ਸੁਣੇ, ਜੇ ਲੈਣ ਪੰਨੇ ਪਾਈ। ਫਿਰ ਜੋ ਵੀ ਸਾਡਾ ਮਨ ਬੇਨਤੀ ਕਰਦਾ ਹੈ
ਉਹ ਮਾਲਕ ਬੜਾ ਧਿਆਨ ਦੇ ਨਾਲ ਸੁਣਦੀ, ਕੰਨ ਦੇ ਕੇ ਤੇ ਸਾਡੇ ਮਨ ਨੂੰ ਧੀਰਜ ਦਿੰਦੀ। ਮਾਰੇ ਫਰਮਾਉਂਦੇ ਸੱਚੇ ਸੁਣਿਆ ਕੰਨ ਦੇ, ਧੀਰਗ ਦੇ ਸਹਿ ਸੁਭਾਈ। ਹੜ ਆਪਾਂ ਨੂੰ ਫਿਰ ਇਸ ਲਈ ਸਮਝਾਉਂਦੇ ਵੀ ਸਤਿਗੁਰ ਦਾ ਦਰਸ਼ਨ, ਸਤਿਗੁਰ ਦੀ ਕੀਤੀ ਹੋਈ ਸੇਵਾ ਉਹ ਸਫਲ ਹੈ। ਜੇ ਕੋਈ ਇੱਕ ਮਨ ਇੱਕ ਚਿੱਤ ਹੋ ਕੇ ਕਰਦਾ ਹੈ, ਉਹ ਸੇਵਾ ਕਰਨ ਦੇ ਨਾਲ ਸਾਡੇ ਅੰਦਰੋਂ ਜਿਹੜਾ ਆਪਣਾ ਆਪਾ ਉਹ ਖਤਮ ਹੋ ਜਾਂਦਾ, ਸਾਡੇ ਅੰਦਰੋਂ ਹਉਮੈ ਮਿਟ ਜਾਂਦੀ। ਮਾਰੇ ਫਰਮਾਉਂਦੇ ਸਤਿਗੁਰ ਕੀ ਸੇਵਾ ਸਫਲ ਹੈ, ਜੇ ਕੋ ਕਰੇ ਚਿਤ ਲਾਈ। ਮਨ ਚਿੰਦਿਆ ਫਲ ਪਾਵਣਾ, ਹਉਮੈ ਵਿੱਚੋਂ ਜਾਏ। ਹੁਣ ਸਤਿਗੁਰ ਦੀ ਜਿਹੜੀ ਸੇਵਾ ਉਹ ਕਿਵੇਂ ਹੁੰਦੀ ਤੇ ਉਹ ਕਿਵੇਂ ਕੀਤੀ ਜਾਂਦੀ? ਸਤਿਗੁਰ ਦੀ ਸੇਵਾ ਜਿਹੜੀ ਉਹ ਇਹਨਾਂ ਹੱਥਾਂ ਪੈਰਾਂ ਨਾਲ ਨਹੀਂ ਹੁੰਦੀ। ਸਤਿਗੁਰ ਦੀ ਸੇਵਾ ਕੀਤੀ ਜਾਂਦੀ ਨਦਰਾਂ ਦੁਆਰਾ, ਦ੍ਰਿਸ਼ਟੀ ਦੁਆਰਾ ਦੇਖ ਦੇਖ ਕੇ ਕੀਤੀ ਜਾਂਦੀ। ਨਦਰਾਂ ਦੁਆਰਾ ਹੀ ਫਿਰ ਸਾਡਾ ਮਨ ਜਿਹੜਾ ਉਹ ਸੇਵਾ ਕਰਦਾ, ਨਦਰਾਂ ਦੁਆਰਾ ਹੀ ਇਹ ਨਿਰਮਲ ਰਹਿੰਦਾ, ਨਦਰਾਂ ਦੁਆਰਾ ਹੀ ਵਸ ਵਿੱਚ ਰਹਿੰਦਾ। ਇਹ ਫਿਰ ਦ੍ਰਿਸ਼ਟੀ ਦੁਆਰਾ ਦੇਖ ਦੇਖ ਕੇ ਸਤਿਗੁਰ ਦੀ ਸੇਵਾ ਕੀਤੀ ਜਾਂਦੀ। ਮਾਰੇ ਫਰਮਾਉਂਦੇ ਨਦਰੀ ਸਤਿਗੁਰ ਸੇਵੀਏ, ਨਦਰੀ ਸੇਵਾ ਹੋਈ, ਨਦਰੀ ਇਹ ਮਨ ਵਸ ਆਵੇ, ਨਦਰੀ ਮਨ ਨਿਰਮਲ ਹੋਏ। ਨੇਤਰਾਂ ਦੁਆਰਾ ਅਸੀਂ ਦੇਖ ਦੇਖ ਕੇ ਸਤਿਗੁਰ ਦੀ ਸੇਵਾ ਕਰ। ਐਸੀ ਕੋਈ ਥਾਂ ਨਹੀਂ ਜਿੱਥੇ ਪਰਮਾਤਮਾ ਨਹੀਂ ਹੈ, ਅਸੀਂ ਜਿੱਥੇ ਵੀ ਜਾਵਾਂਗੇ ਉੱਥੇ ਹੀ ਉਹਦੀ ਸੇਵਾ ਕਰ ਸਕਦੇ। ਮਾਰੇ ਫਰਮਾਉਂਦੇ ਜਹਾਂ ਜਹਾਂ ਜਾਊਂ ਤਹਾਂ ਤੇਰੀ ਸੇਵਾ, ਤੁਮ ਸਾਵਰ ਨਾਹੀ ਕੋ ਦੇਵਾ। ਬਈ ਅਸੀਂ ਜਿੱਥੇ ਵੀ ਜਾਵਾਂਗੇ ਉੱਥੇ ਤੇਰੀ ਸੇਵਾ ਕਰ ਸਕਦੇ, ਕਿਉਂਕਿ ਤੂੰ ਹਰ ਥਾਂ 'ਤੇ ਮੌਜੂਦ ਸੀ। ਹੌਲੀ ਫਿਰ ਸਾਡੀ ਦ੍ਰਿਸ਼ਟੀ ਦੁਆਰਾ ਕੀਤੀ ਹੋਈ ਸੇਵਾ ਇਹ ਸਫਲ ਹੈ ਜਦੋਂ ਅਸੀਂ ਇੱਕ ਮਨ ਇੱਕ ਚਿੱਤ ਹੋ ਕੇ ਕਰਦੇ। ਹੜ ਆਪਾਂ ਨੂੰ ਫਿਰ ਇਸ ਲਈ ਸਮਝਾਉਂਦੇ ਵੀ ਤੁਸੀਂ ਇਹ ਸੇਵਾ ਜਿਹੜੀ ਉਹ ਕਰੋ। ਹੜ ਸਤਿਗੁਰ ਦੀ ਸੇਵਾ 'ਤੇ ਸਾਨੂੰ ਕੌਣ ਲਾਉਂਦਾ? ਉਹ ਫਿਰ ਜਦੋਂ ਅਸੀਂ ਗੁਰੂ ਦੀ ਸ਼ਰਨ 'ਚ ਜਾਂਦੇ, ਜਦੋਂ ਆਪਾਂ ਪੰਜਾਂ ਪਿਆਰਿਆਂ ਕੋਲ ਜਾਂਦੇ ਹਾਂ, ਪੰਜਾਂ ਪਿਆਰਿਆਂ ਨੂੰ ਗੁਰੂ ਦਾ ਖਿਤਾਬ ਦਿੱਤਾ, ਉਹ ਸਾਡਾ ਭਰਮ ਦਾ ਪਰਦਾ ਪਾਸੇ ਕਰਕੇ ਸਾਨੂੰ ਸਤਿਗੁਰਾਂ ਦੇ ਸਨਮੁਖ ਕਰ ਦਿੰਦੀ। ਫਿਰ ਸਾਡੇ ਮਨ ਨੂੰ ਕਹਿੰਦੇ ਵੀ ਹੁਣ ਤੂੰ ਮਾਲਕ ਦੇ ਸਨਮੁਖ ਰਹਿਣਾ, ਵੀ ਹੁਣ ਤੂੰ ਬੇਮੁਖ ਨਹੀਂ ਹੋ। ਫਰਮਾਉਂਦੇ ਮਨ ਮੇਰੇ ਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰ। ਵੀ ਜੇ ਤੂੰ ਹੁਣ ਪਰਮਾਤਮਾ ਦੇ ਸਨਮੁਖ ਰਹੇਂਗਾ ਤੇਰੇ ਸਾਰੇ ਦੁੱਖ ਖਤਮ ਹੋ ਜਾਣਗੇ। ਜਦੋਂ ਅਸੀਂ ਪਰਮਾਤਮਾ ਤੋਂ ਬੇਮੁਖ ਹੁੰਦੇ ਫਿਰ ਹੀ ਅਸੀਂ ਦੁਖੀ ਹੁੰਦੇ। ਜਦੋਂ ਸਾਨੂੰ ਭੁੱਲ ਜਾਂਦਾ, ਸਾਨੂੰ ਵਿਸਰ ਜਾਂਦਾ, ਉਹਦੇ ਤੋਂ ਅਸੀਂ ਬੇਮੁਖ ਹੋ ਜਾਂਦੇ, ਫਿਰ ਮਨ ਨੂੰ ਰੋਗ ਲੱਗਦੇ, ਫਿਰ ਇਹ ਦੁਖੀ ਹੁੰਦਾ, ਫਿਰ ਇਹ ਸ਼ਾਂਤ ਹੁੰਦਾ। ਇਸ ਵਾਸਤੇ ਫਿਰ ਅਸੀਂ ਜਦੋਂ ਗੁਰੂ ਪਾਸ ਜਾਂਦੇ, ਉਹਨਾਂ ਨੇ ਸਾਡਾ ਭਰਮ ਦਾ ਪਰਦਾ ਪਾਸੇ ਕਰਕੇ ਸਾਨੂੰ ਸਤਿਗੁਰਾਂ ਦੇ ਸਨਮੁਖ ਕਰਨਾ ਹੁੰਦਾ। ਮਾਰੇ ਫਰਮਾਉਂਦੇ ਨਿਕਟ ਸੁਣਿਓ ਔਰ ਵੇਖਿਓ ਨਾਹੀਂ, ਭਰਮ ਭਰਮ ਦੁੱਖ ਭਰੀਆ, ਹੋਏ ਕਿਰਪਾਲ ਗੁਰ ਲਾਇਓ ਪਾਰਦ, ਮਿਲਿਓ ਲਾਲ ਮਨ ਹਰੀਆ। ਵੀ ਪਹਿਲਾਂ ਅਸੀਂ ਸੁਣਦੇ ਸੀ ਵੀ ਪਰਮਾਤਮਾ ਨੇੜੇ ਹੈ, ਵਾਹਿਗੁਰੂ ਐਸੀ ਕੋਈ ਥਾਂ ਨਹੀਂ ਜਿੱਥੇ ਨਹੀਂ ਹੈ।
ਪਰ ਵਿੱਚ ਭਰਮ ਦਾ ਪੜਦਾ ਸੀ, ਤਾਂ ਕਰਕੇ ਉਹ ਸਾਨੂੰ ਦਿਖਾਈ ਨਹੀਂ ਸੀ ਦਿੰਦਾ, ਸਾਨੂੰ ਦਰਸ਼ਨ ਨਹੀਂ ਸੀ ਹੁੰਦੇ। ਜਦੋਂ ਗੁਰੂ ਪਾਸ ਗਏ, ਉਹਨਾਂ ਨੇ ਪੜਦਾ ਪਾਸੇ ਕਰਕੇ ਆਪਾਂ ਨੂੰ ਸਤਿਗੁਰਾਂ ਦੇ ਸਨਮੁਖ ਕਰ ਦਿੱਤੇ। ਫਿਰ ਆਪਾਂ ਨੂੰ ਕਹਿੰਦੇ ਵੀ ਹੁਣ ਤੁਸੀਂ ਇਹਨਾਂ ਨੇਤਰਾਂ ਦੁਆਰਾ ਸੇਵਾ ਕਰ, ਵੀ ਮਾਲਕ ਨੂੰ ਦੇਖਣ। ਦੋਏ ਦੋਏ ਲੋਚਨ ਪੇਖਾਂ ਹੋ ਹਰ ਬਿਨ ਅਵਰ ਨਾ ਦੇਖ। ਫਿਰ ਅਸੀਂ ਦੇਖ ਦੇਖ ਕੇ ਮਾਲਕ ਨੂੰ, ਸਤਿਗੁਰ ਨੂੰ, ਉਹਦੀ ਸੇਵਾ ਕਰਨੀ ਹੈ ਜੀ। ਨਜ਼ਰਾਂ ਦੁਆਰਾ ਦੇਖੀ ਜਾਣਾ, ਜਿੱਧਰ ਨੂੰ ਵੀ ਆਪਾਂ ਦੇਖਾਂਗੇ ਮਾਲਕ ਹਰ ਪਾਸੇ ਆ। ਚਾਹੇ ਉੱਪਰ ਨੂੰ ਦੇਖੀਏ, ਚਾਹੇ ਥੱਲੇ ਨੂੰ ਦੇਖੀਏ, ਚਾਹੇ ਸੱਜੇ ਦੇਖੀਏ, ਖੱਬੇ ਦੇਖੀਏ, ਉਹ ਹਰ ਪਾਸੇ। ਅਤੇ ਜਿਹੜਾ ਹਰ ਪਾਸੇ, ਜਿਹਦਾ ਹਰ ਥਾਂ 'ਤੇ ਪ੍ਰਕਾਸ਼ ਹੈ, ਉਹਦਾ ਹੀ ਅਸੀਂ ਧਿਆਨ ਧਰਨਾ, ਉਹਨੂੰ ਹੀ ਅਸੀਂ ਦੇਖਣਾ। ਉਹੀਓ ਆਪਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਫਰਮਾਉਂਦੇ, ਧਿਆਨ ਧਰੋ ਤਹਿ ਕੋ ਮਨ ਮੇ, ਜਾ ਕੋ ਅਮਤੋ ਸਭੇ ਜਗ ਛਾਇਓ। ਵੀ ਧਿਆਨ ਉਹਦਾ ਧਰਨਾ ਮਾਲਕ ਦਾ, ਜਿਹਦਾ ਪ੍ਰਕਾਸ਼ ਹਰ ਥਾਂ 'ਤੇ ਮੌਜੂਦ ਹੈ, ਜਿਹੜਾ ਘਟ ਘਟ ਦੇ ਵਿੱਚ ਰਮਿਆ ਹੋਏ, ਉਹਦਾ ਧਿਆਨ ਧਰੋ। ਹੁਣ ਜਦੋਂ ਅਸੀਂ ਫਿਰ ਮਾਲਕ ਦਾ ਧਿਆਨ ਧਰਾਂਗੇ, ਉਹ ਹਰ ਪਾਸੇ ਮੌਜੂਦ ਹੈ, ਜਿੱਧਰ ਨੂੰ ਵੀ ਆਪਾਂ ਦੇਖਾਂਗੇ ਉਹ ਹਰ ਪਾਸੇ। ਫਿਰ ਦੇਖ ਦੇਖ ਕੇ ਮਾਲਕ ਨੂੰ ਸਾਡੀ ਜੋਤ ਦੇ ਵਿੱਚ ਜੋਤ ਮਿਲ ਜਾਂਦੀ। ਮਾਰੇ ਫਰਮਾਉਂਦੇ ਲੋਇਣ ਦੇਖ ਰਹੇ ਬਿਸਮਾਦੀ, ਚੇਤ ਅਦ੍ਰਿਸ਼ਟ ਲਗਾਈ, ਅਦ੍ਰਿਸ਼ਟ ਸਦਾ ਰੇ ਨਿਰਾਲਮ ਜੋਤੀ ਜੋਤ ਮਲਾਈ। ਜਦੋਂ ਅਸੀਂ ਲਗਾਤਾਰ ਮਾਲਕ ਨੂੰ ਦੇਖੀ ਜਾਵਾਂਗੇ, ਦੇਖੀ ਜਾਵਾਂਗੇ, ਉਹ ਦੇਖ ਦੇਖ ਕੇ ਅਸੀਂ ਉਹਦੇ ਵਿੱਚ ਹੀ ਸਮਾ ਜਾਂਦੇ, ਜੋਤ ਵਿੱਚ ਜੋਤ ਮਿਲ ਜਾਂਦੀ। ਹੁਣ ਇਸ ਨੂੰ ਫਿਰ ਕਹਿੰਦੇ ਵੀ ਸਤਿਗੁਰ ਦੇ ਜਿਹੜੇ ਦਰਸ਼ਨ ਉਹ ਸਫਲ ਨੇ, ਉਹ ਕੀਤੇ ਹੋਏ ਪ੍ਰਵਾਨ ਨੇ। ਜਦੋਂ ਅਸੀਂ ਸਤਿਗੁਰ ਦੀ ਸੇਵਾ ਕਰਾਂਗੇ ਅਤੇ ਫਿਰ ਸਾਨੂੰ ਮਨ ਚੰਦਿਆ ਫਲ ਜਿਹੜਾ ਉਹਦੀ ਪ੍ਰਾਪਤੀ ਹੋ ਜਾਂਦੀ। ਫਿਰ ਸਾਡੀ ਉੱਥੇ ਇੱਛਾ ਹੋਰ ਤਾਂ ਕੋਈ ਰਹਿੰਦੀ ਨਹੀਂ ਸੰਸਾਰ 'ਚ। ਉੱਥੇ ਇੱਕੋ ਹੀ ਇੱਛਾ ਹੁੰਦੀ ਵੀ ਸਾਨੂੰ ਨਾਮ ਦੀ ਦਾਤ ਮਿਲੇ, ਅਤੇ ਉਹ ਸਹਿ ਸੁਭਾਈ ਮਾਲਕ ਸਾਡੀ ਉਹ ਜਿਹੜੀ ਬੇਨਤੀ ਅਰਦਾਸ ਉਹ ਪੂਰੀ ਕਰ ਦਿੰਦੇ। ਫਿਰ ਉਦੋਂ ਆਪਾਂ ਨੂੰ ਭੇਤ ਖੁੱਲ੍ਹਦਾ ਵੀ ਇਹ ਜਿਹੜਾ ਨਾਮ ਹੈ ਖਜ਼ਾਨਾ, ਵੀ ਇਹਦਾ ਜਿਹੜਾ ਹੱਕਦਾਰ ਉਹ ਸਤਿਗੁਰੂ ਹੈ। ਸਤਿਗੁਰੂ ਸਾਨੂੰ ਨਾਮ ਨੂੰ ਸੁਣਾ ਸਕਦਾ। ਜਦੋਂ ਫਿਰ ਆਪਾਂ ਸਤਿਗੁਰਾਂ 'ਤੇ ਧਿਆਨ ਲਾਉਂਦੇ ਪ੍ਰਕਾਸ਼ ਦੇ ਵਿੱਚ, ਚੌਥੀ ਸੁਣ ਦੇ ਵਿੱਚ, ਫਿਰ ਸਾਡੀ ਜਿਹੜੀ ਸੁਰਤ ਸੀ ਉਹ ਕੰਨਾਂ 'ਚ ਆ ਜਾਂਦੀ ਵੀ ਹੁਣ ਅਸੀਂ ਇਹ ਪਿਆਰੇ ਦੇ ਸਤਿਗੁਰੂ ਦੇ ਬਚਨ ਵੀ ਸੁਣੀ। ਮਾਰੇ ਫਰਮਾਉਂਦੇ ਲੋਇਣ ਰਤੇ ਲੋਇਣੀ, ਕੰਨੀ ਸੁਰਤ ਸਮਾਈ। ਵੀ ਜਦੋਂ ਸਾਡੇ ਸਤਿਗੁਰੂ ਨਾਲ ਲੋਇਣ ਨੇਤਰਾਂ ਦੇ ਵਿੱਚ ਨੇਤਰ ਮਿਲਦੇ, ਸਾਡੀ ਸੁਰਤੀ ਕੰਨਾਂ 'ਚ ਆ ਗਈ। ਜਦੋਂ ਕੰਨਾਂ 'ਚ ਆ ਗਈ ਫਿਰ ਸਾਨੂੰ ਮਾਲਕ ਦੀ ਜਿਹੜੀ ਆਵਾਜ਼ ਹੈ ਨਾਮ, ਫਿਰ ਉਹ ਸੁਣਾਈ ਦਿੰਦਾ। ਫਿਰ ਉਦੋਂ ਕਹਿੰਦੇ ਵੀ ਇਹਦਾ ਹੱਕਦਾਰ ਸਤਿਗੁਰੂ, ਜਿਹੜਾ ਸਾਨੂੰ ਨਾਮ ਨੂੰ ਸੁਣਾ ਸਕਦਾ, ਜਿਹੜਾ ਸਾਨੂੰ ਨਾਮ ਧਨ ਦੇ ਸਕਦਾ। ਮਾਰੇ ਫਰਮਾਉਂਦੇ ਸਤਿਗੁਰ ਸਿੱਖ ਕੋ ਨਾਮ ਧਨ ਦੇ, ਗੁਰ ਕਾ ਸਿੱਖ ਬੜ ਭਾਗੀ ਹੈ। ਵੀ ਸਤਿਗੁਰੂ ਸਾਨੂੰ ਨਾਮ ਦੀ ਦਾਤ ਦਿੰਦੀ, ਅਤੇ ਜਿਨ੍ਹਾਂ ਨੂੰ ਨਾਮ ਦੀ ਦਾਤ ਮਿਲ ਗਈ ਉਹ ਗੁਰੂ ਦਾ ਸਿੱਖ ਮਹਾਰਾਜ ਕਹਿੰਦੇ ਬੜ ਭਾਗੀ ਹੈ, ਵੱਡੇ ਭਾਗਾਂ ਵਾਲਾ। ਫਿਰ ਇਸ ਲਈ ਆਪਾਂ ਨੂੰ ਸਮਝਾਉਂਦੇ ਵੀ ਅਸੀਂ ਫਿਰ ਸਤਿਗੁਰ ਦੀ ਜਦੋਂ ਸੇਵਾ ਕਰਦੇ, ਇਹ ਸੇਵਾ ਕੀਤੀ ਹੋਈ ਸਫਲ ਹੈ। ਜਦੋਂ ਅਸੀਂ ਇੱਕ ਮਨ ਇੱਕ ਚਿੱਤ ਹੋ ਕੇ ਕਰਦੇ, ਸਾਡੇ ਅੰਦਰੋਂ ਜਿਹੜੀ
ਹਉਮੈ ਦਾ ਨਾਸ ਹੋ ਜਾਂਦਾ, ਖਤਮ ਹੋ ਜਾਂਦੀ। ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਸਤਿਗੁਰ ਕਾ ਦਰਸ਼ਨ ਸਫਲ ਹੈ, ਜੋ ਇੱਛੇ ਸੋ ਫਲ ਪਾਏ। ਵੀ ਜੋ ਸਾਡੇ ਮਨ ਦੀ ਇੱਛਾ ਉਹ ਤੇ ਨਾਮ ਦੀ ਹੁੰਦੀ, ਤੇ ਉਹ ਇੱਛਾ ਮਾਲਕ ਸਾਡੀ ਪੂਰੀ ਕਰ ਦਿੰਦੀ। ਔਰ ਆਪਾਂ ਨੂੰ ਫਿਰ ਇਸ ਲਈ ਸਮਝਾਉਂਦੇ ਵੀ ਸਤਿਗੁਰ ਦੇ ਦਰਸ਼ਨ ਕਰਨ ਦੇ ਨਾਲ, ਮਾਲਕ ਦੇ ਸਨਮੁਖ ਹੋਣ ਦੇ ਨਾਲ, ਜਿਹੜਾ ਸਾਡਾ ਮਨ ਜਿਹਨੂੰ ਰੋਗ ਲੱਗਿਆ ਜਨਮ ਮਰਨ ਦਾ, ਜਿਹਨੂੰ ਮੈਲ ਲੱਗੀ ਜਨਮਾਂ ਜਨਮਾਂ ਦੀ, ਉਹ ਸਾਡੇ ਮਨ ਦੀ ਸਾਰੀ ਮੈਲ ਲੱਥ ਜਾਂਦੀ ਜਦੋਂ ਅਸੀਂ ਨੇਤਰਾਂ ਦੁਆਰਾ ਸਤਿਗੁਰ ਦੀ ਸੇਵਾ ਕਰਦੇ। ਮਹਾਰਾਜ ਤਾਈਓ ਸਾਨੂੰ ਫਰਮਾਉਂਦੇ, ਤਦ ਡਿੱਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਏ। ਬਈ ਤੈਨੂੰ ਦੇਖਣ ਦੇ ਨਾਲ, ਤੇਰੇ ਦਰਸ਼ਨ ਕਰਨ ਦੇ ਨਾਲ ਸਾਡੀ ਜਨਮਾਂ ਜਮਾਂਤਰਾਂ ਦੀ ਜਿਹੜੀ ਮੈਲ, ਉਹ ਮੈਲ ਕੱਟੀ ਜਾਂਦੀ, ਸਾਡੀ ਮੈਲ ਲੱਥ ਜਾਂਦੀ। ਔਰ ਆਪਾਂ ਨੂੰ ਫਿਰ ਕਹਿੰਦੇ ਵੀ ਤੁਸੀਂ ਵੀ ਸਤਿਗੁਰ ਦੀ ਸੇਵਾ ਕਰੋ ਅਤੇ ਸਤਿਗੁਰ ਦੀ ਸੇਵਾ 'ਚ ਹਾਜ਼ਰ ਰਹੋ। ਹੁਣ ਸਤਿਗੁਰ ਦੀ ਸੇਵਾ ਦੇ ਵਿੱਚ ਹਾਜ਼ਰ ਹੋਣ ਵਾਸਤੇ ਸਾਨੂੰ ਪਹਿਲਾਂ ਸੰਤਾਂ ਦੀ ਸੇਵਾ ਕਰਨੀ ਪੈਂਦੀ, ਫਿਰ ਸਾਨੂੰ ਗੁਰੂ ਦੀ ਸੇਵਾ ਕਰਨੀ ਪੈਂਦੀ, ਫਿਰ ਸਾਨੂੰ ਸਤਿਗੁਰ ਦੀ ਸੇਵਾ ਕਰਨੀ ਪੈਂਦੀ। ਹੁਣ ਜਿਹੜੀ ਅਸੀਂ ਪਹਿਲਾਂ ਸੰਤਾਂ ਦੀ ਸੇਵਾ ਕਰ, ਸੰਤਾਂ ਦੀ ਸੇਵਾ ਹੁੰਦੀ ਸਿਮਰਨ ਕਰਨ। ਜਦੋਂ ਆਪਾਂ ਇਹ ਸਿਮਰਨ ਕਰਦੇ, ਇਹ ਸੰਤਾਂ ਦੀ ਸੇਵਾ ਹੈ। ਮਹਾਰਾਜ ਫਰਮਾਉਂਦੇ, ਸੰਤ ਕੀ ਸੇਵਾ ਨਾਮ ਤੇ ਆਈਏ। ਸੰਤਾਂ ਦੀ ਇਹ ਸੇਵਾ ਪਰਮਾਤਮਾ ਦਾ ਸਿਮਰਨ ਕਰਨ। ਸੰਤਾਂ ਨੇ ਆਪ ਵੀ ਸਿਮਰਨ ਕਰਨਾ ਅਤੇ ਆਪਾਂ ਨੂੰ ਵੀ ਕਰਾਉਣਾ। ਜਦੋਂ ਅਸੀਂ ਉਹਨਾਂ ਦਾ ਬਚਨ ਮੰਨ ਕੇ ਸਿਮਰਨ ਕਰਦੇ ਹਾਂ, ਇਹ ਸੰਤਾਂ ਦੀ ਸੇਵਾ ਹੈ। ਮਹਾਰਾਜ ਫਰਮਾਉਂਦੇ, ਸਾਜਨ ਸੰਤ ਕਰੋਏ ਕਾਮ, ਆਨ ਤਿਆਗ ਜਪੋ ਹਰ ਨਾਮ। ਸਿਮਰ 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 ਸੁਖ ਪਾਵੋ, ਆਪ ਜਪੋ ਅਵਰਾ ਨਾਮ ਜਪਾਵੋ। ਉਹਨਾਂ ਨੇ ਆਪ ਵੀ ਜਪਣਾ ਅਤੇ ਆਪਾਂ ਨੂੰ ਵੀ ਜਪਾਉਣਾ। ਜਦੋਂ ਅਸੀਂ ਜਪਦੇ ਹਾਂ, ਇਹ ਸੰਤਾਂ ਦੀ ਸੇਵਾ ਹੈ। ਅਤੇ ਸੰਤਾਂ ਨੂੰ ਮਾਲਕ ਨੇ ਕੁੰਜੀ ਦਿੱਤੀ ਹੁੰਦੀ ਅਨਹਦ ਬਾਣੀ ਦੀ। ਜਦੋਂ ਅਸੀਂ ਸੰਤਾਂ ਦੀ ਸੇਵਾ ਕਰਾਂਗੇ, ਉਹ ਫਿਰ ਜਿਹੜੀ ਅਨਹਦ ਬਾਣੀ ਸਾਡੇ ਅੰਦਰ ਗੁਪਤ ਹੈ, ਉਹ ਜਦੋਂ ਚਾਬੀ ਲਾ ਦਿੰਦੇ ਕੁੰਜੀ, ਉਹ ਪ੍ਰਗਟ ਹੋ ਜਾਂਦੀ। ਮਾਰੇ ਫਰਮਾਉਂਦੇ, ਅਨਹਦ ਬਾਣੀ ਪੂੰਜੀ, ਸੰਤਨ ਹੱਥ ਰਾਖੀ ਕੁੰਜੀ। ਬਈ ਇਹ ਜੋ ਅਨਹਦ ਬਾਣੀ, ਇਹਦੀ ਜਿਹੜੀ ਕੁੰਜੀ ਹੈ ਸੰਤਾਂ ਕੋਲ, ਮਾਲਕ ਨੇ, ਸਤਿਗੁਰ ਨੇ ਆਪ ਸੌਂਪੀ ਉਹਨਾਂ ਨੂੰ। ਹੁਣ ਜਦੋਂ ਅਸੀਂ ਉਹਨਾਂ ਦੀ ਸੇਵਾ ਕਰਾਂਗੇ, ਉਹਨਾਂ ਨੂੰ ਸਾਡੇ 'ਤੇ ਭਰੋਸਾ ਆ ਜਾਏਗਾ, ਪ੍ਰਤੀਤ ਆ ਜਾਏਗੀ, ਅਤੇ ਉਹ ਫਿਰ ਸਾਨੂੰ ਅਨਹਦ ਬਾਣੀ ਤੱਕ ਲੈ ਜਾਂਦੀ। ਜਦੋਂ ਅਸੀਂ ਅਨਹਦ ਬਾਣੀ ਤੱਕ ਪਹੁੰਚ ਜਾਂਦੇ, ਸਾਨੂੰ ਅਨਹਦ ਵਾਜੇ, ਅਨਹਦ ਧੁਨਾਂ ਤਾਂ ਸੁਣਾਈ ਦਿੰਦੀਆਂ, ਪਰ ਸਾਨੂੰ ਅੱਗੇ ਮਾਲਕ ਨਹੀਂ ਦਿਸਦਾ, ਸਾਨੂੰ ਅੱਗੇ ਪ੍ਰਕਾਸ਼ ਨਹੀਂ ਨਜ਼ਰ ਆਉਂਦਾ। ਫਿਰ ਆਪਾਂ ਫਿਰ ਸੰਤਾਂ ਨੂੰ ਬੇਨਤੀ ਕਰਦੇ ਵੀ ਹੁਣ ਸਾਡੇ 'ਤੇ ਕਿਰਪਾ ਕਰੋ, ਸਾਨੂੰ ਦਰਸ਼ਨ ਵੀ ਕਰਾਓ। ਕਿਉਂਕਿ ਜਦੋਂ ਅਸੀਂ ਫਿਰ ਅਨਹਦ ਬਾਣੀ ਨੂੰ ਸੁਣਦੇ, ਸੰਤਾਂ ਦੀ ਸੇਵਾ ਕਰਦੇ ਹਾਂ, ਸੰਤਾਂ ਨੇ ਸਾਡੇ ਅੰਦਰ ਤੜਫ ਅਤੇ ਵਿਰਾਗ ਪੈਦਾ ਕਰ ਦੇਣਾ। ਫਿਰ ਜਦੋਂ ਅਸੀਂ ਵਿਰਾਗੀ ਹੋ ਜਾਂਦੇ, ਫਿਰ ਅਸੀਂ ਬੇਨਤੀ ਕਰਦੇ ਵੀ ਅਸੀਂ ਰਹਿ ਨਹੀਂ ਸਕਦੇ ਸਤਿਗੁਰਾਂ ਦੇ ਦਰਸ਼ਨਾਂ ਤੋਂ ਬਿਨਾਂ। ਵੀ ਕਦੋਂ ਉਹ ਸਮਾਂ ਆਵੇ ਜਦੋਂ ਸਾਨੂੰ ਮਾਲਕ ਦੇ ਦਰਸ਼ਨ ਹੋਣ, ਸਾਨੂੰ ਉਹਦੇ ਦੀਦਾਰ ਹੋਣ, ਵੀ ਅਸੀਂ ਰਹਿ ਨਹੀਂ ਸਕਦੇ, ਮਨ ਵਿਰਾਗੀ ਹੋਇਆ ਹੋਏ।
फरमाउंदे हो रह न सका बिन देखे प्रीतमा मैं नीर बहे बै चले जी। भी मन वैरागी होया होया भी मैं रह नहीं सकता, मालिक के दर्शनों तो बिना भी मैनू दर्शन करा तू। फिर संत जन दसदे भी इस तो अगली जिहड़ी कुंजी वो गुरु पास। गुरु की तुसी शरण दे विच चले जाओ तो गुरु वो कुंजी लाएगा तो सानू सतगुरां दे सन्मुख कर देगा। इस तो अगे फिर असी गुरु तो बिना जा नहीं सकते। मारे फरमाउंदे गुर कुंजी आहो नेवल मन कोठा तन छत, नानक गुर बिन मन का ताक न उगड़े अवर न कुंजी हथ। भी गुरु तो बिना ये किसी होर हथ कुंजी नहीं। फिर जदों असी वैरागी होए हुन्ने आ संत सानू गुरु पास भेज देंदे, असी गुरु की शरण च चले जाते। फिर गुरु जाण तो साडे अगे शर्त ये रखते भी पहला अपना तन मन सवासां दा धन सानू जे अर्पण करोगे तो फिर तुहानू मिलावांगे। मारे फरमाउंदे तन मन धन सब सौंप गुर को हुक्म मन्निया पाइए। जदों साडा मन वैरागी होया हुंदा फिर असी आपा समर्पण करन दे काबिल हां। जे साडे अंदर तड़फ नहीं, जे साडे अंदर विराग नहीं, असी आपा समर्पण नहीं कर सकते। जद तक असी गुरु नूं आपा समर्पण नहीं करांगे वो सानू सतगुरां दे सन्मुख नहीं करनगे। फिर जदों असी आपा समर्पण करन दे काबिल हो जाते हैं फिर उन्होंने कहने भी असी रह नहीं सकते, वैरागी होए होए बेनतियां करते हैं, जोदड़ियां करते। फिर वो साडे ते प्रतीत करके भरोसा करके फिर वो सानू कहते भी असी गल नहीं करावांगे जे तुसी आखो भी साडी गल करा दी। गलबात जिहड़ी तुसी आप करनी तुहानू बाहरों पहचान करा देने, तुहानू दर्शन करा देने भी ताकि जदों तुसी अंतर्मुखी होवो घर जावो तो तुहानू अंदर जाके पहचान आ जाए भी जो गुरु ने बाहर दिखा लिया सी उही स्वरूप अंदर। जदों असी वैरागी होए हुन्ने असी कहने भी चलो सानू पहचान तो करा दिओ भी ताकि सानू पता लग जाए। फिर गुरु सानू भरम दा पड़दा पासे करके सानू बाहर दिखा देंदे भी आ है सच। परमात्मा सतगुरु ब्रह्म वो सानू नेड़े दिखा देते। फरमाउंदे पूरे गुर का सोना उपदेश भार ब्रह्म निकट कर पेख भी वो सानू नेड़े दिखाते भी आ है। फिर सानू कहते भी हुण जिहड़ी तुसी गलबात करनी विचार करनी वो तुसी अंदर जाके करनी घर दे विच। फिर इस तो अगली जिहड़ी कुंजी वो सतगुरु पास। सतगुरु का खिताब गुरु ग्रंथ साहिब जी की बाणी। फिर वो सानू कहते भी जो भी हुण तुसी अंदर का भेद लेना, जो तुसी पुछना वो तुसी सतगुरां तो पुछ लो। इस तो अगला फिर जिहड़ा दर है वो सतगुर तो बिना खुलदा। महाराज कहते सतगुर हथ कुंजी होर ते दर खुले नाही, गुर पूरे भाग मिलावने। भी इहदी जिहड़ी कुंजी वो सतगुर पास। सतगुर तो बिना ये दर खुलदा नहीं। हुण फिर आपां जदों गुरु की शरण च जांदे फिर साडी खोज जिहड़ी अंदर दी शुरू हो जाती। वो सानू पहचान करा देंदे भी हुण तुसी उहिओ सच जिहड़ा बाहर असीं देखिआ उहनूं असीं अंदर प्रगट करना। जिवें गुरु अर्जन देव जी महाराज दसदे वो भी जदों अभ्यास करते बहुत मन वैरागी हो गया भी रह नहीं सकते।
ਗੁਰੂ ਰਾਮਦਾਸ ਜੀ ਨੂੰ ਬੇਨਤੀ ਕਰਨ ਲੱਗੇ ਤੇ ਉਹਨਾਂ ਨੇ ਪਹਿਚਾਣ ਕਰਾਤੀ ਵੀ ਆਹ ਸੱਚ ਹੈ ਤੇ ਹੁਣ ਤੁਸੀਂ ਅੰਦਰ ਜਾ ਕੇ ਵਿਚਾਰ ਕਰ। ਮਹਾਰਾਜ ਕਹਿੰਦੇ ਵੀ ਜਦੋਂ ਅਸੀਂ ਅੰਤਰਮੁਖੀ ਹੋਏ, ਅੰਦਰ ਗਏ ਘਰ ਦੇ ਵਿੱਚ, ਜੋ ਗੁਰੂ ਨੇ ਬਾਹਰ ਦਿਖਾ ਲਿਆ ਸੀ ਉਹੀ ਸਰੂਪ ਅੰਦਰ ਸੀ। ਖੋਲ ਕਵਾਰਾ ਮਹਿਲ ਬੁਲਾਇਆ, ਜੈਸਾ ਸਾ ਤੈਸਾ ਦਿਖਲਾਏ। ਵੀ ਜਿਹੜਾ ਗੁਰੂ ਨੇ ਬਾਹਰ ਪਹਿਚਾਣ ਕਰਾਈ ਸੀ, ਬਾਹਰ ਸੱਚ ਦਿਖਾ ਲਿਆ ਸੀ, ਉਹੀ ਉਹ ਪ੍ਰਕਾਸ਼ ਅੰਦਰ ਸੀ। ਔਰ ਇਸੇ ਤਰ੍ਹਾਂ ਹੀ ਆਪਾਂ ਨੂੰ ਸਮਝਾਉਣ ਸੀ ਵੀ ਜਦੋਂ ਤੁਸੀਂ ਹੁਣ ਕੋਈ ਗੱਲਬਾਤ ਕਰਨੀ, ਵਿਚਾਰ ਵਟਾਂਦਰਾ ਕਰਨੀ, ਉਹ ਤੁਸੀਂ ਮਹਿਲ ਦੇ ਵਿੱਚ ਜਾ ਕੇ ਕਰ ਸਕਦੇ, ਮਾਲਕ ਦੇ ਨਾਲ, ਜਿੱਥੇ ਭਗਤਾਂ ਦੇ ਨਾਲ, ਗੁਰਮੁਖਾਂ ਦੇ ਨਾਲ ਮਾਲਕ ਗੋਸ਼ਟ ਕਰਦੇ, ਵਿਚਾਰਾਂ ਕਰਦੇ, ਗੱਲਾਂ ਬਾਤਾਂ ਕਰਦੇ। ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਸਿੱਖ ਪੁੱਛਣ ਲੱਗੇ ਵੀ ਜਦੋਂ ਤੁਸੀਂ ਮਹਿਲ 'ਚ ਜਾਂਦੇ ਹੋ ਵੀ ਤੁਹਾਡੀ ਕੀ ਗੱਲਬਾਤ ਹੁੰਦੀ ਮਾਲਕ ਦੇ ਨਾਲ, ਕੀ ਵਿਚਾਰਾਂ ਕਰਦੇ ਹੋ ਉੱਥੇ? ਮਹਾਰਾਜ ਦੱਸਣ ਲੱਗੇ, ਕਹਿੰਦੇ ਵੀ ਉਹ ਸਾਡੀ ਆਪਸੀ ਗੱਲ ਹੈ, ਜਿਵੇਂ ਮਾਤਾ ਪਿਤਾ ਦੀ ਹੁੰਦੀ। ਵੀ ਤੁਹਾਨੂੰ ਰਸਤਾ ਦੱਸਦੇ ਨੇ ਘਰ ਦਾ, ਮਹਿਲ ਦਾ, ਤੁਸੀਂ ਆਪ ਜਾਓ ਅਤੇ ਤੁਸੀਂ ਆਪ ਜਾ ਕੇ ਜੋ ਵੀ ਗੱਲਬਾਤ ਕਰਨੀ ਚਾਹੁੰਦੇ ਤੁਸੀਂ ਆਪ ਕਰ ਲਿਓ। ਵੀ ਸਾਡੀ ਜਿਹੜੀ ਵਿਚਾਰ ਉਹ ਆਪਸੀ ਆ, ਉਹਨੂੰ ਗੂਝ ਕਥਾ ਕਹਿੰਦੇ। ਇਹ ਆਪਾਂ ਨੂੰ ਰਸਤਾ ਦੱਸਦੇ ਵੀ ਤੁਸੀਂ ਵੀ ਮਹਿਲ ਵਿੱਚ ਜਾਓ, ਘਰ ਜਾਓ, ਅਤੇ ਜੋ ਤੁਸੀਂ ਪੁੱਛਣਾ ਚਾਹੁੰਦੇ ਤੁਸੀਂ ਵੀ ਪੁੱਛ ਲਿਓ, ਤੁਹਾਡਾ ਵੀ ਮਾਤਾ ਪਿਤਾ। ਮਹਾਰਾਜ ਫਰਮਾਉਂਦੇ, ਜਾ ਕੋ ਭੀਤਰ ਮਹਿਲ ਬੁਲਾਵੇ, ਪੁੱਛੋ ਬਾਤ ਨਰੰਤੀ। ਵੀ ਤੁਹਾਨੂੰ ਰਸਤਾ ਦੱਸ ਦਿੰਦੇ ਘਰ ਦਾ, ਵੀ ਤੁਸੀਂ ਆਪ ਘਰ ਜਾਇਓ, ਜਦੋਂ ਤੁਹਾਨੂੰ ਮਹਿਲ 'ਚ ਬੁਲਾਉਣਗੇ, ਜੋ ਵੀ ਤੁਸੀਂ ਪੁੱਛਣਾ ਚਾਹੁੰਦੇ, ਜੋ ਵੀ ਗੱਲਬਾਤ ਕਰਨੀ ਚਾਹੁੰਦੇ ਤੁਸੀਂ ਆਪ ਕਰ ਲਿਓ। ਔਰ ਜਿਹੜੇ ਗੁਰਮੁਖ ਗਏ, ਜਿਨ੍ਹਾਂ ਨੇ ਵਿਚਾਰ ਵਟਾਂਦਰਾ ਕੀਤਾ ਮਾਲਕ ਦੇ ਨਾਲ, ਉਹਨਾਂ ਨੇ ਫਿਰ ਆਪਾਂ ਨੂੰ ਦੱਸਿਆ ਗੁਰਬਾਣੀ ਗੁਰੂ 'ਚ ਵੀ ਜਿਹੜੇ ਵੀ ਗੁਰਮੁਖ ਘਰ ਜਾਂਦੇ, ਮਹਿਲ ਵਿੱਚ ਜਾਂਦੇ, ਮਾਲਕ ਉਹਨਾਂ ਦੇ ਨਾਲ ਗੋਸ਼ਟ ਕਰਦੇ। ਕਿਤੇ ਬੈਠ ਕੇ ਕਰਦੇ, ਆਪਾਂ ਨੂੰ ਫਰਮਾਉਂਦੇ, ਸੁਨ ਸਮਾਧ ਗੁਹਾ ਦੇ ਆਸਣ, ਕੇਵਲ ਬ੍ਰਹਮ ਪੂਰਨ ਤੇ ਵਾਸਣ, ਭਗਤ ਸੰਗ ਪ੍ਰਭ ਗੋਸ਼ਟ ਕਰਤ, ਤੇ ਹਰਖ ਨ ਸੋਗ ਜਨਮ ਨਹਿ ਮਰਤ। ਬਈ ਭਗਤਾਂ ਦੇ ਨਾਲ ਮਾਲਕ ਵਿਚਾਰਾਂ ਕਰਦੇ, ਉਹ ਸਥਾਨ ਹੈ ਨਿਜ ਘਰ। ਵੀ ਤੁਸੀਂ ਵੀ ਉੱਥੇ ਜਾਓ ਮਹਿਲ ਦੇ ਵਿੱਚ, ਅਤੇ ਤੁਸੀਂ ਵੀ ਜੋ ਗੱਲਬਾਤ ਕਰਨੀ ਚਾਹੁੰਦੇ ਤੁਸੀਂ ਵੀ ਕਰ ਲਓ। ਜਿਨ੍ਹਾਂ ਦੇ ਨਾਲ ਹੋਈ ਵਿਚਾਰ, ਉਹਨਾਂ ਨੇ ਫਿਰ ਆਪਾਂ ਨੂੰ ਬੜਾ ਸਪਸ਼ਟ ਖੁੱਲ੍ਹ ਕੇ ਸਮਝਾ ਦਿੱਤਾ। ਜਿਵੇਂ ਹੁਣ ਭਗਤ ਜਨ ਜਦੋਂ ਗਏ ਉਹ ਮਹਿਲ ਦੇ ਦਰ ਦੇ ਉੱਤੇ, ਬਾਬਾ ਕਬੀਰ ਜੀ ਬਹੁਤ ਸਮਾਂ ਦਰ ਦੇ ਉੱਤੇ ਬੈਠੇ ਰਹੇ, ਮਾਲਕ ਨੇ ਦਰ ਨਹੀਂ ਖੋਲ੍ਹੇ। ਅੱਗੇ ਉਹ ਦਰ ਫੇਰ ਖੋਲ੍ਹਦੇ ਜਦੋਂ ਸਾਡਾ ਸਾਰਾ ਹਿਸਾਬ ਕਿਤਾਬ ਜਿਹੜਾ ਹੁੰਦਾ ਪਹਿਲਾਂ ਉਹ ਸਾਫ਼ ਕਰ ਦਿੰਦੇ। ਉਹਦੇ ਵਾਸਤੇ ਫਿਰ ਥੋੜ੍ਹਾ ਸਮਾਂ ਲੱਗਦਾ। ਉਹ ਦਰ ਦੇ ਉੱਤੇ ਬੈਠੇ ਰਹੇ। ਜਦੋਂ ਦਰ 'ਤੇ ਬੈਠੇ ਗੁਰਮੁਖ ਮਾਲਕ ਦੇਖਦਾ ਮਹਿਲ ਦੇ ਵਿੱਚ, ਉਹ ਬੈਠੇ ਨੇ ਬਈ ਕਿਤੇ ਉੱਠ ਕੇ ਚਲੇ ਤਾਂ ਨਹੀਂ ਜਾਂਦੇ ਵਾਪਸ। ਜਦੋਂ ਨਹੀਂ ਗਏ, ਮਾਲਕ ਜਿਹੜਾ ਉਹ ਧਰਮ ਰਾਏ ਨੂੰ ਬੁਲਾ ਲੈਂਦੇ, ਜਿਹੜੀ ਧਰਮ ਰਾਏ ਕੋਲ ਚਿੱਤਰਗੁਪਤ ਨੇ ਰਿਪੋਰਟ ਭੇਜੀ ਹੁੰਦੀ, ਜਿਹੜਾ ਸਾਡਾ ਹਿਸਾਬ ਕਿਤਾਬ ਲਿਖ ਕੇ, ਉਹ ਸਾਰਾ ਜਿਹੜਾ ਉਹ ਹਿਸਾਬ ਕਿਤਾਬ ਮੰਗਾ ਕੇ ਉਹ ਸਾਰਾ ਖਾਤਾ ਸਾਫ਼ ਕਰ ਦਿੰਦੇ, ਪਾੜ ਦਿੰਦੇ। ਮਾਰੇ ਕਹਿੰਦੇ, ਧਰਮ ਰਾਏ ਦਰ ਕਾਗਜ਼ ਫਾੜੇ, ਜਨ ਨਾਨਕ ਲੇਖਾ ਸਮਝਾ। ਵੀ ਜਿਹੜਾ ਧਰਮ ਰਾਏ ਸੀ ਉਹਦਾ ਜਿਹੜਾ ਲੇਖਾ ਸੀ ਉਹ ਸਾਰਾ ਸਾਡਾ ਪਾੜ ਦਿੱਤਾ। ਫਿਰ ਜਿਹੜੇ ਚਿੱਤਰਗੁਪਤ ਹੁੰਦੇ, ਜਿਨ੍ਹਾਂ ਨੇ ਰਿਪੋਰਟ ਲੈਣੀ ਹੁੰਦੀ, ਉਹਨਾਂ ਨੂੰ ਵੀ ਬੁਲਾ ਲੈਂਦੇ ਵੀ ਲਿਆਓ ਜਿਹੜਾ ਤੁਸੀਂ ਹਿਸਾਬ ਕਿਤਾਬ ਲਿਖੀ ਫਿਰਦੇ ਆ। ਉਹ ਜਿਹੜਾ ਹੁੰਦਾ ਉਹ ਵੀ ਸਾਰਾ
ਮਾਰੇ ਫੜ ਕੇ ਉਹ ਪਾੜ ਦਿੰਦੇ, ਲੇਖਾ ਸਾਫ਼ ਕਰ ਦਿੰਦੇ ਸੀ। ਉਹਨਾਂ ਦੀ ਵੀ ਜਿਹੜੀ ਜਮਾਂ ਦੀ ਦੂਤਾਂ ਦੀ, ਉਹਨਾਂ ਦੀ ਵੀ ਕੋਈ ਪੇਸ਼ ਨਹੀਂ ਜਾਂਦੀ ਸੀ। ਫਿਰ ਇਸ ਤਰ੍ਹਾਂ ਜਦੋਂ ਬਾਬਾ ਕਬੀਰ ਜੀ ਬੈਠੇ ਰਹੇ, ਮਾਲਕ ਨੇ ਬੁਲਾਇਆ ਨਹੀਂ, ਅਤੇ ਫਿਰ ਉਹਨਾਂ ਦੇ ਮਨ 'ਚ ਥੋੜ੍ਹਾ ਜਿਹਾ ਰੋਸ ਆ ਵੀ ਇੰਨਾ ਸਮਾਂ ਹੋ ਗਿਆ ਬੈਠਿਆਂ ਨੂੰ, ਕਿਉਂ ਨਹੀਂ ਬੁਲਾਉਂਦੇ, ਵੀ ਜੇ ਨਹੀਂ ਬੁਲਾਉਂਦੇ ਤਾਂ ਹੁਣ ਉੱਠ ਕੇ ਤੁਰ ਪਿਆ ਮਨ ਵਾਪਸ। ਜਦੋਂ ਵਾਪਸ ਮੁੜੇ ਅਤੇ ਮਾਲਕ ਨੇ ਦਰ ਖੋਲ੍ਹ ਦਿੱਤਾ। ਉਹ ਫਿਰ ਪਿੱਛੇ ਮਾਲਕ ਉਹਨਾਂ ਦੀ ਆਵਾਜ਼ਾਂ ਮਾਰਦੇ, ਉਹਨਾਂ ਦਾ ਨਾਂ ਲੈ ਲੈ ਕੇ ਵੀ ਕਬੀਰ ਵਾਪਸ ਆ ਜਾਓ, ਅੰਦਰ ਆ ਜਾਓ ਮਹਿਲ ਦੇ ਵਿੱਚ। ਫਿਰ ਜਿਵੇਂ ਮਾਲਕ ਨੇ ਉਹਨਾਂ ਨੂੰ ਆਵਾਜ਼ਾਂ ਮਾਰੀਆਂ, ਉਹਨਾਂ ਨੇ ਉਵੇਂ ਹੀ ਗੁਰਬਾਣੀ ਗੁਰੂ ਵਿੱਚ ਦੱਸ ਦਿੱਤਾ ਆਪਾਂ ਨੂੰ। ਮਾਰੇ ਕਹਿੰਦੇ ਕਬੀਰ ਮਨ ਨਿਰਮਲ ਭਏ, ਜੈਸਾ ਗੰਗਾ ਨੀਰ, ਪਾਛੇ ਲਾਗੇ ਹਰ ਫਿਰੇ, ਕਹਿਤ ਕਬੀਰ ਕਬੀਰ। ਵੀ ਮਾਲਕ ਉਹਨਾਂ ਦੇ ਆਪ ਪਿੱਛੇ ਆਏ ਅਤੇ ਉਹਨਾਂ ਨੂੰ ਨਾਂ ਲੈ ਕੇ ਆਵਾਜ਼ਾਂ ਮਾਰੀਆਂ ਵੀ ਕਬੀਰ ਆ ਜਾ। ਹੌਲੀ ਇਸੇ ਤਰ੍ਹਾਂ ਹੀ ਭਗਤ ਨਾਮਦੇਵ ਜੀ ਦੱਸਦੇ ਵੀ ਜਦੋਂ ਉਹ ਵੀ ਦਰ 'ਤੇ ਚਲੇ ਗਏ, ਦਰ 'ਤੇ ਬੈਠੇ ਰਹੇ, ਅਤੇ ਮਾਲਕ ਇੱਥੋਂ ਦਰ ਤੋਂ ਆਪਾਂ ਨੂੰ ਕਈ ਵਾਰੀ ਆਵਾਜ਼ ਦੇ ਦਿੰਦੇ, ਕਈ ਵਾਰੀ ਆਪਣਾ ਨਾਂ ਲੈ ਕੇ ਆਵਾਜ਼ ਮਾਰ ਦਿੰਦੇ, ਜਾਂ ਉੱਦਾਂ ਪੁੱਛ ਲੈਂਦੇ ਵੀ ਕਿਵੇਂ ਆਏ ਹੋ। ਔਰ ਇਸੇ ਤਰ੍ਹਾਂ ਹੀ ਜਦੋਂ ਭਗਤ ਨਾਮਦੇਵ ਜੀ ਦਰ 'ਤੇ ਬੈਠੇ, ਮਾਲਕ ਅੰਦਰ ਬੈਠੇ ਮਹਿਲ ਦੇ ਵਿੱਚ, ਉਹ ਦਰ 'ਤੇ ਬੈਠੇ ਮਹਿਲ 'ਚ, ਮਾਲਕ ਨੇ ਉਹਨਾਂ ਤੋਂ ਪੁੱਛਿਆ ਵੀ ਤੂੰ ਕੌਣ ਹੈ? ਕਹਿੰਦਾ ਮੈਂ ਜੀ ਨਾਮਾ ਵੀ ਮੈਂ ਨਾਮਦੇਵ। ਮਹਾਰਾਜ ਉਹਨੂੰ ਕਹਿੰਦੇ ਵੀ ਕੀ ਲੈਣਾ ਹੈ? ਉਹ ਕਹਿੰਦੇ ਜੀ ਅਸੀਂ ਤਾਂ ਆਏ ਹਾਂ ਵੀ ਆਹ ਜਮਾਂ ਦੀ ਫਾਹੀ ਜਿਹੜੀ ਸਾਡੇ ਗਲਾਂ 'ਚ ਪਈ ਹੈ, ਵੀ ਇਹ ਸਾਡੀ ਜਮਾਂ ਦੀ ਫਾਹੀ ਕੱਟ ਦਿਓ, ਸਾਨੂੰ ਭੈ ਮੁਕਤ ਕਰ ਦਿਓ। ਮਹਾਰਾਜ ਨਾਲ ਫਿਰ ਜਿਵੇਂ ਉਹਨਾਂ ਦੀ ਵਿਚਾਰ ਹੋਈ, ਉਹਨਾਂ ਨੇ ਉਵੇਂ ਗੁਰਬਾਣੀ ਗੁਰੂ 'ਚ ਦਰਜ ਕਰ ਦਿੱਤੀ। ਮਾਰੇ ਫਰਮਾਉਂਦੇ ਤੂੰ ਕੌਣ ਰੇ? ਮੈਂ ਜੀ ਨਾਮਾ। ਮਾਰੇ ਕਹਿੰਦੇ ਹੋ ਜੀ, ਬਈ ਕੀ ਕਰਨਾ ਆਏ ਹੋ? ਕਹਿੰਦੇ ਆਲਾ ਦੇ ਨਿਵਾਰਨ ਜੰਮ ਕਾਰਨ, ਵੀ ਅਸੀਂ ਤਾਂ ਆਏ ਹਾਂ, ਜੰਮ ਸਾਡੇ ਨਾਲ ਚੱਲ ਸੀ, ਵੀ ਜਮਾਂ ਦੀ ਸਾਡੀ ਫਾਹੀ ਕੱਟ ਦਿਓ, ਸਾਨੂੰ ਜੀਵਨ ਮੁਕਤ ਕਰ ਦਿਓ। ਔਰ ਇਸ ਤਰ੍ਹਾਂ ਫਿਰ ਭਗਤਾਂ ਨੇ ਮਾਲਕ ਦੇ ਨਾਲ ਵਿਚਾਰਾਂ ਕੀਤੀ ਅਤੇ ਆਪਾਂ ਨੂੰ ਕਹਿੰਦੇ ਵੀ ਤੁਸੀਂ ਵੀ ਆਓ, ਤੁਸੀਂ ਵੀ ਉਹ ਮਹਿਲ ਦੇ ਦਰ ਦੇ ਉੱਤੇ ਬੈਠੋ ਅਤੇ ਬੈਠ ਕੇ ਆਵਾਜ਼ ਦਿਓ, ਅਤੇ ਮਾਲਕ ਫਿਰ ਸਾਡੀ ਆਵਾਜ਼ ਨੂੰ ਸੁਣਦਾ ਹੈ। ਜਦੋਂ ਅਸੀਂ ਦਰ ਦੇ ਉੱਤੇ ਆਵਾਜ਼ ਦੇਈ ਜਾਵਾਂਗੇ, ਮਾਲਕ ਮਹਿਲ ਦੇ ਵਿੱਚ ਸੁਣੇਗਾ। ਮਹਾਰਾਜ ਕਹਿੰਦੇ ਜੇ ਦਰ ਮੰਗਤ ਕੂਕ ਕਰੀ, ਮਹਿਲੀ ਖਸਮ ਸੁਣੇ, ਭਾਵੇਂ ਧੀਰਗ ਭਾਵੇਂ ਧਕੇ ਇੱਕ ਵਡਾਈ ਦੇ। ਗੁਰੂ ਸਾਨੂੰ ਫਿਰ ਇਹ ਸਮਝਾਉਂਦੇ ਵੀ ਤੁਸੀਂ ਦਰ ਨਹੀਂ ਛੱਡਣਾ, ਵੀ ਮਾਲਕ ਤੁਹਾਨੂੰ ਜਦੋਂ ਤੁਸੀਂ ਮਹਿਲ ਦੇ ਦਰ 'ਤੇ ਗਏ, ਉੱਥੇ ਆਵਾਜ਼ ਦਿਓਗੇ, ਉਹ ਇੱਕ ਕੰਮ ਜ਼ਰੂਰ ਕਰੇਗਾ, ਜਾਂ ਤਾਂ ਤੁਹਾਨੂੰ ਮਹਿਲ ਦੇ ਅੰਦਰ ਬੁਲਾ ਲਏਗਾ, ਜਾਂ ਤੁਹਾਨੂੰ ਝਿੜਕ ਦੇ ਦੇਗਾ। ਜੇ ਉਹ ਝਿੜਕ ਵੀ ਦੇ ਦੇਵੇ ਤਾਂ ਤੁਸੀਂ ਤਾਂ ਨਾ ਦਰ ਛੱਡਿਓ, ਫਿਰ ਵੀ ਦਰ ਦੇ ਉੱਤੇ ਬੈਠੇ ਰਹੋ। ਇਸੇ ਤਰ੍ਹਾਂ ਹੀ ਬਾਬਾ ਕਬੀਰ ਜੀ ਕਹਿੰਦੇ ਵੀ ਅਸੀਂ ਤੇਰੇ ਦਰ ਦੇ ਕੂਕਰ, ਵੀ ਤੇਰਾ ਦਰ ਨਹੀਂ ਛੱਡਾਂਗੇ ਜਦ ਤੱਕ ਤੂੰ ਸਾਨੂੰ ਅੰਦਰ ਨਹੀਂ ਬੁਲਾਏਂਗਾ। ਕਬੀਰ ਹਮ ਕੂਕਰ ਤੇਰੇ ਦਰਬਾਰ, ਭੌਂਕੇ ਆ ਗਏ ਬਦਨ ਪਸਾਰ, ਵੀ ਅਸੀਂ ਤੇਰੇ ਦਰ ਦੇ ਕੂਕਰ ਹਾਂ, ਵੀ ਅਸੀਂ ਸੇਵਕ ਪਿਛਲੇ ਜਨਮਾਂ 'ਚ ਵੀ ਤੇਰੇ ਰਹੇ, ਪਰ ਸਾਨੂੰ ਪੂਰਨ ਗੁਰੂ ਨਾ ਮਿਲਿਆ। ਨਾ ਪੂਰਨ ਗੁਰੂ ਮਿਲਣ ਕਰਕੇ ਸਾਨੂੰ ਤੇਰੇ ਦਰ ਦਾ ਭੇਤ ਨਾ ਆਉਂਦਾ, ਮਹਿਲ ਦਾ ਭੇਤ ਨਾ ਆਉਂਦਾ। ਅਸੀਂ ਮਹਿਲ ਦੇ ਦਰ ਦੇ ਉੱਤੇ ਆ ਵੀ ਜਾਂਦੇ, ਪਰ ਨਾ ਗਿਆਨ ਨਾ ਸੋਝੀ ਹੋਣ ਕਰਕੇ ਅਸੀਂ ਫਿਰ ਵਾਪਸ ਮੁੜ ਜਾਂਦੇ। ਹੌੜੋ ਕਹਿੰਦੇ ਸਾਨੂੰ ਪੂਰਨ ਗੁਰੂ ਮਿਲ ਗਿਆ,
ਰਾਮਾਨੰਦ ਜੀ ਗੁਰੂ ਸੀ ਉਹਨਾਂ ਨੇ ਗਿਆਨ ਦਿੱਤਾ, ਸੋਝੀ ਦਿੱਤੀ। ਹੁਣ ਉਹ ਕਹਿੰਦੇ ਵੀ ਅਸੀਂ ਤੇਰਾ ਦਰ ਨਹੀਂ ਛੱਡਾਂਗੇ ਜਦ ਤੱਕ ਤੂੰ ਸਾਨੂੰ ਅੰਦਰ ਨਹੀਂ ਬੁਲਾਏਂਗਾ, ਉਹਨਾਂ ਸਮਾਂ ਤੇਰਾ ਦਰ ਹੈ ਜਿਹੜਾ ਇਹ ਦਰ ਛੱਡ ਕੇ ਨਹੀਂ ਜਾਵਾਂਗੇ। ਮਾਰੇ ਫਰਮਾਉਂਦੇ ਪੂਰਵ ਜਨਮ ਹਮ ਤੁਮਰੇ ਸੇਵਕ, ਆਪ ਤੋਂ ਮੇਟਿਆ ਨਾ ਜਾਈ, ਤੇਰੇ ਦੁਆਰੇ ਧੁਨ ਸਹਿਜ ਕੀ ਮਾਥੇ ਮੇਰੇ ਦਗਾਈ। ਦਾਗੇ ਹੋਏ ਸੋ ਰਣ ਮੈਂ ਜੂਝੇ, ਬਿਨ ਦਾਗੇ ਭਗ ਜਾਈ। ਬਈ ਜਿਹੜੇ ਤਾਂ ਇੱਥੇ ਗੁਰੂ ਵਾਲੇ ਉਹਦਾ ਦਰ ਦੇ ਉੱਤੇ ਬੈਠ ਕੇ ਇੰਤਜ਼ਾਰ ਕਰਦੇ ਵੀ ਕਦੋਂ ਦਰ ਖੁੱਲ੍ਹੇ। ਜਿਨ੍ਹਾਂ ਨੂੰ ਨਹੀਂ ਗੁਰੂ ਮਿਲਿਆ, ਨਹੀਂ ਸੋਝੀ, ਉਹਨਾਂ ਨੂੰ ਦਰ ਦਾ ਭੇਤ ਨਹੀਂ ਆਇਆ, ਅਤੇ ਉਹ ਦਰ 'ਤੇ ਜੇ ਚਲੇ ਵੀ ਜਾਣ ਉਹ ਫਿਰ ਵਾਪਸ ਮੁੜੇ ਆਉਂਦੇ, ਉੱਥੇ ਰੁਕਦੇ ਨਹੀਂ, ਖੜ੍ਹਦੇ ਨਹੀਂ। ਹੌਲੀ ਇਸੇ ਤਰ੍ਹਾਂ ਹੀ ਫਿਰ ਆਪਾਂ ਨੂੰ ਸਮਝਾਉਂਦੇ ਵੀ ਅਸੀਂ ਉਹ ਦਰ ਦੇ ਉੱਤੇ ਵੀ ਫੇਰ ਹੀ ਬੈਠ ਸਕਦੇ ਹਾਂ ਜੇ ਸਾਡਾ ਮਨ ਵਿਚਾਰਾਂ ਤੋਂ ਫੁਰਨਿਆਂ ਤੋਂ ਰਹਿਤ ਹੋਏਗਾ। ਜੇ ਅਸੀਂ ਵਿਚਾਰਾਂ 'ਚੋਂ ਫੁਰਨਿਆਂ 'ਚ, ਇਹ ਵਿਚਾਰ ਫੁਰਨੇ ਸਾਨੂੰ ਦਰ 'ਤੇ ਬੈਠਣ ਨਹੀਂ ਦਿੰਦੇ। ਅਸੀਂ ਵਿਚਾਰਾਂ ਦੇ ਵਿੱਚ ਕਿਤੇ ਸੱਜੇ ਲੰਘ ਜਾਂਦੇ, ਕਿਤੇ ਖੱਬੇ ਲੰਘ ਜਾਂਦੇ, ਮਹਿਲ ਦੇ ਅੱਗੋਂ ਦੀ ਟੱਪ ਜਾਂਦੇ, ਦਰ ਦੇ ਅੱਗੋਂ ਦੀ ਟੱਪ ਜਾਂਦੇ। ਉਹ ਦਰ ਦੇ ਉੱਤੇ ਬਹਿੰਦੇ ਨਹੀਂ, ਮਾਲਕ ਸਾਨੂੰ ਆਵਾਜ਼ਾਂ ਵੀ ਮਾਰਦਾ ਵੀ ਤੁਸੀਂ ਘਰ ਆ ਜਾਓ, ਮਹਿਲ ਦੇ ਵਿੱਚ ਆ ਜਾਓ। ਪਰ ਜਦੋਂ ਅਸੀਂ ਆਪਦੀ ਮੱਤ ਦੁਆਰਾ ਚੱਲਦੇ ਹਾਂ ਉਦੋਂ ਕਹਿੰਦੇ ਮਨਮੁਖ ਹੋ ਗਏ, ਇਹ ਨਾਲ ਹੰਕਾਰੀ ਹੋ ਗਏ। ਜਿਹੜਾ ਮਨਮੁਖ ਹੁੰਦਾ ਉਹ ਹੰਕਾਰੀ ਹੁੰਦਾ, ਉਹ ਕਿਸੇ ਦੀ ਗੱਲ ਨਹੀਂ ਸੁਣਦਾ, ਉਹ ਕਿਸੇ ਦੀ ਮੰਨਦਾ ਨਹੀਂ ਕਹਿਣਾ। ਹੁਣ ਇਸੇ ਤਰ੍ਹਾਂ ਹੀ ਸਤਿਗੁਰੂ ਕਹਿੰਦੇ ਐਡਾ ਮਨਮੁਖ ਹੋ ਗਿਆ, ਹੰਕਾਰੀ ਹੋ ਗਏ। ਹੁਣ ਇਹਨੂੰ ਮਹਿਲ 'ਚ ਬੁਲਾਉਂਦੇ ਆ ਵੀ ਘਰ ਆ ਜਾ, ਹੁਣ ਆਉਂਦਾ ਹੀ ਨਹੀਂ। ਕਦੇ ਸੱਜੇ ਟੱਪ ਜਾਂਦਾ ਦਰ ਦੇ ਅੱਗੋਂ ਦੀ, ਕਦੇ ਖੱਬੇ ਟੱਪ ਜਾਂਦਾ। ਹੁਣ ਇਹਨੂੰ ਮਹਿਲ ਬੁਲਾਉਂਦੇ ਵੀ ਘਰ ਆ ਜਾ, ਸੁੱਖ ਲੈ, ਅਤੇ ਹੁਣ ਆਉਂਦਾ ਨਹੀਂ। ਜਦੋਂ ਇਹਦਾ ਦਿੱਤਾ ਹੋਇਆ ਸਮਾਂ ਖਤਮ ਹੋਏ ਫਿਰ ਇਹ ਬਾਅਦ 'ਚੋਂ ਆਖੇ ਵੀ ਮੈਨੂੰ ਦਰਗਾਹ 'ਚ ਥਾਂ ਦਿਓ ਜੀ, ਮੈਨੂੰ ਚਰਨਾਂ 'ਚ ਨਿਵਾਸ ਦਿਓ ਜੀ। ਫਿਰ ਇਹਨੂੰ ਦਰਗਾਹ 'ਚ ਕਿਵੇਂ ਥਾਂ ਮਿਲੇਗੀ? ਮਾਰੇ ਫਰਮਾਉਂਦੇ ਮਨਮੁਖ ਹੰਕਾਰੀ, ਮੈਲ ਨਾ ਜਾਣੇ, ਖੈਨ ਆਗੇ ਖੈਨ ਪੀਛੇ, ਸਦਾ ਬੁਲਾਈਏ ਮਹਿਲ ਨਾ ਆਵੇ, ਕਿਉਂ ਕਰ ਦਰਗਾਹ ਸੀਜੇ। ਸਤਿਗੁਰੂ ਕਹਿੰਦੇ ਹੁਣ ਇਹਨੂੰ ਸਦਾ ਬੁਲਾਉਂਦੇ ਆ ਵੀ ਮਹਿਲ 'ਚ ਆ ਜਾ, ਘਰ ਆ ਜਾ। ਹੁਣ ਵਿਚਾਰਾਂ ਦੇ ਵਿੱਚ ਕਿਤੇ ਤਾਂ ਖੱਬੇ ਪਾਸੇ ਰਜੋਗੁਣੀ ਹੋਇਆ ਆਸ਼ਾ ਅਭਿਲਾਸ਼ਾ ਤ੍ਰਿਸ਼ਨਾਵਾਂ ਦੇ ਵਿੱਚ ਚੱਲਦਾ, ਕਦੇ ਸੱਜੇ ਪਾਸੇ ਤਮੋਗੁਣੀ ਹੋਇਆ ਕਾਮ ਕ੍ਰੋਧ ਲੋਭ ਮੋਹ ਹੰਕਾਰ ਨਿੰਦਿਆ ਚੁਗਲੀ ਈਰਖਾ ਵੈਰ ਵਿਰੋਧ 'ਚ ਚੱਲਦਾ। ਇਹ ਦਰ ਦੇ ਅੱਗੇ ਬਹਿੰਦਾ ਹੀ ਨਹੀਂ, ਦਰ ਦੇ ਅੱਗੋਂ ਦੀ ਟੱਪ ਜਾਂਦਾ ਆਸ਼ਾ ਅਭਿਲਾਸ਼ਾ ਤ੍ਰਿਸ਼ਨਾਵਾਂ ਦੇ ਵਿੱਚ। ਫਿਰ ਉਦੋਂ ਮਾਰੇ ਹੀ ਕਹਿੰਦੇ ਵੀ ਦਰ ਦੇ ਅੱਗੋਂ ਦੀ ਆਉਣ ਟੱਪਦਾ ਵੀ ਜਿਵੇਂ ਬੇਗਾਨਾ ਹੋਵੇ, ਵੀ ਆਪਦੇ ਘਰ ਦਾ ਨਹੀਂ ਪਤਾ ਵੀ ਮੇਰਾ ਹੀ ਘਰ ਹੈ। ਪਰ ਇੱਧਰ ਆਸ਼ਾ ਅਭਿਲਾਸ਼ਾ 'ਚ ਪਿਆ ਹੋਇਆ ਮਹਿਲ ਨੂੰ ਜਾਣਦਾ ਹੀ ਨਹੀਂ ਆਪਦੀ। ਮਾਰੇ ਕਹਿੰਦੇ ਆਸ ਅੰਦੇਸਾ ਬੰਦ ਪਰਾਨਾ, ਮਹਿਲ ਨਾ ਜਾਣੇ ਫਿਰਤ ਬਗਾਨਾ। ਵੀ ਆਸ਼ਾ ਅਭਿਲਾਸ਼ਾ ਦੇ ਵਿੱਚ ਬਗਾਨਿਆਂ ਵਾਂਗੂ ਆਪਦੇ ਘਰ ਦੇ ਅੱਗੋਂ ਦੀ ਟੱਪ ਜਾਂਦਾ। ਇਹਨੂੰ ਨਹੀਂ ਪਤਾ ਵੀ ਮੇਰਾ ਹੀ ਘਰ ਹੈ, ਮਾਲਕ ਨੇ ਬਣਾ ਕੇ ਦਿੱਤਾ ਵਾਹਿਗੁਰੂ ਨੇ। ਉਹ ਘਰ ਦੇ ਵਿੱਚ ਜਾਂਦਾ ਹੀ ਨਹੀਂ, ਨਾ ਘਰ ਦੇ ਦਰ ਦੇ ਅੱਗੇ ਬਹਿੰਦਾ। ਅਤੇ ਮਹਾਰਾਜ ਕਹਿੰਦੇ ਫਿਰ ਇਹਨੂੰ ਕਿਵੇਂ ਸੁੱਖ ਮਿਲੇ, ਕਿਵੇਂ ਇਹਨੂੰ ਸ਼ਾਂਤੀ ਆਵੇ ਜਦੋਂ ਆਪਦੇ ਘਰ ਹੀ ਨਹੀਂ ਆਉਂਦਾ। ਅਤੇ ਐਸੀ ਵਾਸਤੇ ਫਿਰ ਸਮਝਾਉਂਦੇ ਵੀ ਜੇ ਤੁਸੀਂ ਸੁੱਖ ਲੈਣਾ ਫਿਰ ਤੁਸੀਂ ਘਰ ਆਓ, ਤੁਸੀਂ ਮਹਿਲ ਦੇ ਵਿੱਚ ਆਓ। ਜੇ ਤੁਸੀਂ ਮਹਿਲ 'ਚ ਆ ਜਾਓਗੇ ਦੁਬਾਰਾ ਤੁਹਾਨੂੰ ਵਾਪਸ ਨਹੀਂ ਭੇਜਾਂਗੇ। ਆਵਾ ਪੜ੍ਹਦੇ ਰੋਜ਼ ਮਹਾਰਾਜ ਫਰਮਾਉਂਦੇ ਨਿਜ ਘਰ ਮਹਿਲ ਪਾਵੋ ਸੁਖ ਸਹਿਜੇ, ਬੌਰ ਨਾ ਹੋਏਗੋ ਫਿਰ। ਵੀ ਦੁਬਾਰਾ ਨਹੀਂ ਤੁਹਾਨੂੰ ਵਾਪਸ ਭੇਜਾਂਗੇ, ਤੁਸੀਂ ਹੁਣ ਮਹਿਲ 'ਚ ਆ ਜਾਓ, ਸੁੱਖ ਲਵੋ, ਆਨੰਦ ਲਵੋ। ਹੁਣ ਜਦੋਂ ਮਨ ਅਗਿਆਨਤਾ 'ਚ ਹੁੰਦਾ, ਭਰਮ ਦੇ ਵਿੱਚ,
ਇਹ ਮਹਿਲ ਦੇ ਦਰ ਦੇ ਅੱਗੋਂ ਦੀ ਟੱਪਦਾ। ਹੁਣ ਆਪਾਂ ਨੂੰ ਫਿਰ ਕਹਿੰਦੇ ਵੀ ਘਰ ਜਾਣ ਵਾਸਤੇ, ਮਹਿਲ ਵਿੱਚ ਜਾਣ ਵਾਸਤੇ ਸਾਨੂੰ ਹੁਣ ਹੀ ਸਿਮਰਨ ਕਰਨਾ ਪੈਣਾ। ਜਦੋਂ ਅਸੀਂ ਸਿਮਰਨ ਕਰਾਂਗੇ, ਸਾਡਾ ਮਨ ਵਿਚਾਰਾਂ ਤੋਂ, ਫੁਰਨਿਆਂ ਤੋਂ ਰਹਿਤ ਹੋਏ, ਫਿਰ ਹੀ ਅਸੀਂ ਆਪਦੇ ਘਰ ਜਾ ਸਕਦੇ। ਵਿਚਾਰਾਂ 'ਚ ਤਾਂ ਅਸੀਂ ਦਰ ਦੇ ਅੱਗੇ ਵੀ ਨਹੀਂ ਬਹਿੰਦੇ, ਅਸੀਂ ਵਿਚਾਰਾਂ 'ਚ ਸੱਜੇ ਖੱਬੇ ਟੱਪ ਜਾਂਦੇ। ਆਪਣੇ ਮਨ ਨੂੰ ਵਿਚਾਰਾਂ ਤੋਂ ਕਿਵੇਂ ਅਸੀਂ ਰਹਿਤ ਕਰਨਾ, ਉਹਦੇ ਵਾਸਤੇ ਮਹਾਰਾਜ ਜੀ ਆਪਾਂ ਨੂੰ ਸਿਮਰਨ ਅਭਿਆਸ ਦੱਸ ਵੀ ਇਹ ਸਿਮਰਨ ਇਸ ਤਰੀਕੇ ਨਾਲ ਕਰਨਾ ਵੀ ਅਸੀਂ ਆਪਦੀ ਮੱਤ ਜਿਹੜੀ ਸਾਡੀ ਖਤਮ ਹੋ ਜੇ, ਕਿਉਂਕਿ ਅਸੀਂ ਆਪਦੀ ਮੱਤ ਕਰਕੇ ਭੱਜੇ ਫਿਰਦੇ ਹਾਂ। ਜਦੋਂ ਹੁਣ ਅਸੀਂ ਸਿਮਰਨ ਕਰਾਂਗੇ, ਸਾਡੀ ਮੱਤ, ਸਾਡੀ ਸਿਆਣਪ ਖਤਮ ਹੋ ਜਾਏਗੀ ਅਤੇ ਅਸੀਂ ਟਿਕ ਕੇ ਬੈਠ ਜਾਵਾਂਗੇ। ਸਾਡੀ ਸਿਆਣਪ ਹੀ ਸਾਨੂੰ ਟਿਕਣ ਨਹੀਂ ਦਿੰਦੀ ਜੀ, ਉਹ ਸਾਨੂੰ ਬੈਠਣ ਨਹੀਂ ਦਿੰਦੀ। ਹੁਣ ਇਹਨੂੰ ਖਤਮ ਕਰਨ ਵਾਸਤੇ ਹੀ ਇਹ ਆਪਾਂ ਸਿਮਰਨ ਅਭਿਆਸ ਕਰ। ਆਓ ਜੋ ਹੁਣ ਸਾਨੂੰ ਸਤਿਗੁਰੂ ਇਹ ਅਭਿਆਸ ਕਰਨ ਨੂੰ ਕਹਿ ਰਹੇ, ਆਓ ਸਾਰੇ ਗੁਰਮੁਖ ਪਿਆਰੇ ਕਰੋ ਜੀ ਸ਼ੁਰੂ। ਵਾਹਿਗੁਰੂ 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 Guru
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਤਰੀਕੇ ਨਾਲ ਗੁਰਮੁਖ ਪਿਆਰਿਓ, ਜਦੋਂ ਵੀ ਆਪਾਂ ਸਿਮਰਨ ਅਭਿਆਸ ਕਰਦੇ ਆਪਣਾ ਮਨ ਵਿਚਾਰਾਂ ਤੋਂ ਫੁਰਨਿਆਂ ਤੋਂ ਰਹਿਤ ਹੁੰਦਾ। ਜਦੋਂ ਅਸੀਂ ਵਿਚਾਰਾਂ ਤੋਂ ਰਹਿਤ ਹੋਵਾਂਗੇ ਫਿਰ ਹੀ ਅਸੀਂ ਦਰ 'ਤੇ ਬੈਠ ਸਕਦੇ। ਜੇ ਸਾਡਾ ਮਨ ਵਿਚਾਰਾਂ 'ਚ ਫੁਰਨਿਆਂ 'ਚ ਤੇ ਅਸੀਂ ਕਿਤੇ ਸੱਜੇ ਚਲੇ ਜਾਵਾਂਗੇ, ਕਿਤੇ ਖੱਬੇ ਚਲੇ ਜਾਵਾਂਗੇ। ਔਰ ਆਪਾਂ ਨੂੰ ਫਿਰ ਇਸ ਲਈ ਸਮਝਾਉਂਦੇ ਵੀ ਮਨ ਨੂੰ ਇਹ ਵਿਚਾਰਾਂ ਤੋਂ ਫੁਰਨਿਆਂ ਤੋਂ ਰਹਿਤ ਕਰ। ਰਹਿਤ ਕਰਨ ਵਾਸਤੇ ਫਿਰ ਇਹ ਸਿਮਰਨ ਨਾਲ ਨਾਲ ਗੁਰੂ ਦੀ ਮੱਤ ਹੈ, ਗਿਆਨ। ਜਦੋਂ ਅਸੀਂ ਮਨ ਨੂੰ ਗੁਰੂ ਦੀ ਮੱਤ ਦੇਵਾਂਗੇ, ਗਿਆਨ ਦੇਵਾਂਗੇ, ਸਾਡਾ ਮਨ ਇਹ ਗਿਆਨ ਦੁਆਰਾ ਰੁਕ ਜਾਂਦਾ ਵਿਚਾਰਾਂ ਤੋਂ ਫੁਰਨਿਆਂ ਤੋਂ। ਮਹਾਰਾਜ ਤਾਈਓ ਸਾਨੂੰ ਉਦਾਹਰਨ ਦਿੰਦੇ, ਕੁੰਭੇ ਬੱਧਾ ਜਲ ਰਹੀ, ਜਲ ਬਿਨ ਕੁੰਭ ਨਾ ਹੋਈ, ਗਿਆਨ ਕਾ ਬੱਧਾ ਮਨ ਰਹੇ, ਗੁਰ ਬਿਨ ਗਿਆਨ ਨਾ ਹੋਈ। ਵੀ ਇਹਨੂੰ ਗਿਆਨ ਦੁਆਰਾ ਬੰਨ੍ਹਣਾ, ਮਨ ਰੋਕਣਾ। ਔਰ ਇਹ ਆਪਾਂ ਨੂੰ ਗਿਆਨ ਦਿੱਤਾ ਜਾਂਦਾ ਵੀ ਜਦੋਂ ਹੁਣ ਮਨ ਸਾਡਾ ਦੁਬਦਾ 'ਚ ਜਾਣ ਲੱਗੇ, ਇਸੇ ਵਰਤਾਏ ਸਾਡੇ ਅੰਦਰ ਵੈਰ ਵਿਰੋਧ ਆਵੇ ਤੇ ਉਹ ਅੱਗੇ ਗਿਆਨਾਂ 'ਚ, ਗਿਆਨ ਦੁਆਰਾ ਅਸੀਂ ਮਨ ਨੂੰ ਰੋਕ ਲਈਏ ਵੀ ਅਸੀਂ ਵੈਰ ਵਿਰੋਧ 'ਚ ਨਹੀਂ ਜਾਣਾ। ਇਸ ਦੀ ਨਿੰਦਿਆ ਕਰਨ ਲੱਗੀਏ ਜਾਂ ਸੁਣਨ ਲੱਗੀਏ ਕਿ ਗਿਆਨਾਂ 'ਚ ਵੀ ਨਿੰਦਾ ਜਿਹੜੀ ਹੈ ਕਿਸੇ ਦੀ ਭਲੀ ਨਹੀਂ। ਗਿਆਨ ਦੁਆਰਾ ਸਾਡਾ ਮਨ ਰੁਕ ਜੇ, ਇਹਨੂੰ ਕਹਿੰਦੇ ਗਿਆਨ ਦੁਆਰਾ ਰੋਕ ਲੈਣਾ, ਗਿਆਨ ਦੁਆਰਾ ਠਾਕ ਦੇਣਾ ਮਨ। ਜੋ ਮਾਰੇ ਫਰਮਾਉਂਦੇ ਮਨੂਆ ਕਿਉਂ ਕਰ ਵਾਸਾ ਵੇ, ਗੁਰ ਪ੍ਰਸ਼ਾਦੀ ਠਾਕੀਏ ਗਿਆਨ ਮਤੀ ਘਰ ਆਵੇ। ਵੀ ਇਹ ਮਨ ਸਾਡਾ ਕਿਵੇਂ ਵਸ ਵਿੱਚ ਆਵੇ, ਕਿਵੇਂ ਰੁਕੇ। ਇਹਦੇ ਗਿਆਨ ਦੀ ਮੱਤ ਦੁਆਰਾ, ਗੁਰੂ ਦੀ ਮੱਤ ਦੁਆਰਾ ਇਹਨੂੰ ਅਸੀਂ ਰੋਕ ਸਕਦੇ। ਨਾਲ ਨਾਲ ਸਿਮਰਨ ਅਭਿਆਸ ਤੇ ਨਾਲ ਨਾਲ ਗੁਰੂ ਦੀ ਮੱਤ ਮਨ ਨੂੰ ਅਸੀਂ ਦੇਈ ਚੱਲਣੀ। ਹੁਣ ਉਹਦੇ ਵਾਸਤੇ ਫਿਰ ਇਹ ਆਪਾਂ ਵੱਧ ਤੋਂ ਵੱਧ ਸਿਮਰਨ ਕਰਨਾ, ਨਾਲ ਨਾਲ ਵੱਧ ਤੋਂ ਵੱਧ ਸਤਸੰਗਤ ਕਰਨੀ। ਮੈਂ ਤਾਂ ਅੱਗੇ ਜੋ ਸਾਨੂੰ ਸਤਿਗੁਰੂ ਕਹਿ ਰਹੇ, ਜੋ ਸਾਨੂੰ ਗਿਆਨ ਦੇ ਰਹੇ, ਉਹ ਗਿਆਨ ਸਾਨੂੰ ਦ੍ਰਿੜ ਹੋ ਜੇ, ਸਾਨੂੰ ਭੁੱਲੇ ਨਾ, ਸਾਨੂੰ ਵਿਸਰੇ ਨਾ। ਅਤੇ ਜਦੋਂ ਅਸੀਂ ਗੁਰਬਾਣੀ ਗੁਰੂ ਨੂੰ ਪੜ੍ਹਨਾ, ਪੜ੍ਹ ਕੇ ਵਿਚਾਰਨਾ, ਖੋਜਣਾ, ਕਿਉਂਕਿ ਸਾਰਾ ਆਪਾਂ ਨੂੰ ਮਨ ਦੀ ਟਿਕਾ ਵਾਸਤੇ ਦੱਸ ਰਹੇ ਵੀ ਕਿਵੇਂ ਅਸੀਂ ਘਰ ਜਾਣਾ ਮਨ ਨੂੰ ਲੈ ਕੇ। ਅਤੇ ਵੱਧ ਤੋਂ ਵੱਧ ਆਪਾਂ ਸਤ ਸੰਗਤ ਕਰਨੀ। ਜਿੰਨੀ ਅਸੀਂ ਸੰਗਤ ਕਰਾਂਗੇ ਉਨਾ ਹੀ ਸਾਨੂੰ ਲਾਭ ਹੈ। ਇਹ ਜੋ ਆਪਾਂ ਗਿਆਨ ਦੀ ਸਾਂਝ ਪਾਉਂਦੇ ਹਾਂ, ਸਾਰਾ ਗੁਰਬਾਣੀ ਗੁਰੂ ਦੁਆਰਾ ਦਿੱਤਾ ਮਹਾਂਪੁਰਖਾਂ ਨੇ। ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਧਰਮਾਲਾ, ਉਸੇ ਗਿਆਨ ਨੂੰ ਹੀ ਆਪਾਂ ਦ੍ਰਿੜ ਕਰਦੇ ਹਾਂ ਵੀ ਤਾਂ ਕਿ ਸਾਡੇ ਹਿਰਦੇ 'ਚ ਵਸ ਜੇ, ਵੀ ਆਪਾਂ ਨੂੰ ਭੁੱਲੇ ਨਾ, ਸਾਨੂੰ ਵਿਸਰੇ ਨਾ। ਜਿਹੜਾ ਇਹ ਮਨ ਸਾਡਾ ਭੁੱਲ ਜਾਂਦਾ, ਇਹ ਭੁੱਲੇ ਹੋਏ ਨੂੰ ਵਾਰ-ਵਾਰ ਚੇਤੇ ਕਰਾਇਆ ਜਾਂਦਾ। ਮਾਰੇ ਫਰਮਾਉਂਦੇ ਭਜੋ ਗੋਬਿੰਦ ਭੂਲ ਮਤ ਜਾਹੋ, ਮਾਨਸ ਜਨਮ ਕਾ ਹੀ ਲਾਹੋ। ਵੀ ਤੁਸੀਂ ਭੁੱਲੋ ਨਾ, ਪਰਮਾਤਮਾ ਨੂੰ ਚੇਤੇ ਰੱਖੋ, ਸਿਮਰਨ ਕਰਦੇ ਰਹੋ। ਇਸ ਵਾਸਤੇ ਫਿਰ ਆਪਾਂ ਇਹ ਗਿਆਨ ਨੂੰ ਦ੍ਰਿੜ ਕਰਨਾ ਵੀ ਤਾਂ ਕਿ ਸਾਨੂੰ ਵਿਸਰੇ।
ਸੋ ਗੁਰਮੁਖ ਪਿਆਰਿਓ, ਇੰਨੀਆਂ ਬੇਨਤੀਆਂ, ਇੰਨੇ ਵਿਚਾਰ ਕਰਦਿਆਂ ਹੋਏ, ਜੇ ਕੋਈ ਐਸਾ ਸ਼ਬਦ ਬੋਲਿਆ ਗਿਆ ਹੋਵੇ ਸੰਗਤ ਦੇ ਸਤਿਗੁਰੂ ਬਖਸ਼ਣ ਯੋਗ ਨੇ, ਬਖਸ਼ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।